Exercise 7C, the 14th sum देखो student. Find the intervals in which the function f of x is equal to x minus 1 cube, x minus 2 whole square is increasing and decreasing. So interval find करना ਅਸੀਂ ਜਿਹਦੇ ਵਿੱਚ ਇਹ ਫੰਕਸ਼ਨ ਕੀ ਆ ਇਨਕਰੀਜ਼ ਕਰ ਰਿਹਾ ਤੇ ਡਿਕਰੀਜ਼ ਕਰ ਰਿਹਾ। ਦੇਖੋ ਅਸੀਂ ਪੜਿਆ ਕਿ ਜੇਕਰ ਕਿਸੇ ਫੰਕਸ਼ਨ ਦਾ ਫਸਟ ਆਰਡਰ ਡੈਰੀਵੇਟਿਵ ਕਿਸੇ ਇੰਟਰਵਲ ਦੇ ਵਿੱਚ ਗ੍ਰੇਟਰ ਦੈਨ ਔਰ ਇਕੁਅਲਸ ਟੂ 0 ਹੋਵੇ ਦੈਨ ਫੰਕਸ਼ਨ ਇਨਕਰੀਜ਼ਿੰਗ ਹੁੰਦਾ ਹੈ ਔਰ ਜੇਕਰ ਲੈਸ ਦੈਨ ਇਕੁਅਲਸ ਟੂ 0 ਹੋਵੇ ਦੈਨ ਫੰਕਸ਼ਨ ਡਿਕਰੀਜ਼ਿੰਗ ਹੁੰਦਾ ਹੈ। ਸੋ ਦੈਟ ਮੀਨਸ ਅਸੀਂ ਉਹ ਵਾਲੇ ਇੰਟਰਵਲ ਫਾਈਂਡ ਕਰਨੇ ਆ ਜਿਹਦੇ ਲਈ ਫੰਕਸ਼ਨ ਗ੍ਰੇਟਰ ਦੈਨ ਇਕੁਅਲਸ ਟੂ 0 ਆ ਰਿਹਾ ਔਰ ਜਿਹਦੇ ਲਈ ਫੰਕਸ਼ਨ ਲੈਸ ਦੈਨ ਇਕੁਅਲਸ ਟੂ 0 ਆ ਰਿਹਾ। ਸੋ ਸੋਲੂਸ਼ਨ ਦੇਖੋ ਇਹਦਾ ਫੰਕਸ਼ਨ ਲਿਖ ਲਿਆ ਜੋ ਫੰਕਸ਼ਨ ਸਾਨੂੰ ਗਿਵਨ ਆ। ਦੈਨ ਇਸ ਫੰਕਸ਼ਨ ਦਾ ਡੈਰੀਵੇਟਿਵ ਫਾਈਂਡ ਕਰਾਂਗੇ। ਹੁਣ ਦੇਖੋ ਡੈਰੀਵੇਟਿਵ ਕਿਹਦੇ ਕੋਲ ਆਉਣਾ ਫਸਟ ਫੰਕਸ਼ਨ ਦਾ ਡੈਰੀਵੇਟਿਵ ਇਨਟੂ ਸੈਕਿੰਡ ਫੰਕਸ਼ਨ ਪਲੱਸ ਸੈਕਿੰਡ ਫੰਕਸ਼ਨ ਦਾ ਡੈਰੀਵੇਟਿਵ ਇਨਟੂ ਫਸਟ ਫੰਕਸ਼ਨ। ਸੋ ਪ੍ਰੋਡਕਟ ਰੂਲ ਦੇ ਅਕੋਰਡਿੰਗਲੀ ਆ ਡੈਰੀਵੇਟਿਵ ਆ ਜਾਏਗਾ। ਸੋ ਦੈਨ ਦੇਖੋ x ਮਾਈਨਸ 1 ਹੋਲ ਸਕੁਅਰ ਔਰ x ਮਾਈਨਸ 2 ਕਾਮਨ ਆ। ਸੋ ਕਾਮਨ ਨਿਕਾਲ ਲੋਗੇ ਬ੍ਰੈਕਟ 'ਚ ਕੀ ਬਚੇਗਾ 3x ਮਾਈਨਸ 2 ਪਲੱਸ 2 ਇਨਟੂ x ਮਾਈਨਸ 1। ਸੋ ਇਹਨੂੰ ਸੋਲਵ ਕਰੋਗੇ ਕਿ ਆ ਗਿਆ 5x ਮਾਈਨਸ 8। ਦੈਨ ਦੇਖੋ ਅਸੀਂ ਇੰਟਰਵਲ ਫਾਈਂਡ ਕਰਨੇ ਆ। ਸੋ ਇੰਟਰਵਲ ਫਾਈਂਡ ਕਰਨ ਦੇ ਲਈ ਕੀ ਕਰਾਂਗੇ f ਡੈਸ਼ x ਨੂੰ 0 ਦੇ ਇਕੁਅਲ ਪੁੱਟ ਕਰਾਂਗੇ। ਸੋ f ਡੈਸ਼ x ਨੂੰ 0 ਪੁੱਟ ਕੀਤਾ। 0 ਪੁੱਟ ਕਰਨ ਤੇ ਦੇਖੋ ਆ ਫੈਕਟਰ ਵੀ ਇਕੁਅਲਸ ਟੂ 0 ਦਿਸ ਫੈਕਟਰ ਇਕੁਅਲਸ ਟੂ 0 ਐਂਡ 5x ਮਾਈਨਸ 8 ਇਕੁਅਲਸ ਟੂ 0 ਆਏਗਾ। ਸੋ ਇਹਦੇ ਇਸ ਫੈਕਟਰ ਤੋਂ ਕੀ ਆ ਜਾਣਾ x ਇਜ਼ ਇਕੁਅਲ ਟੂ 1 ਇੱਥੋਂ ਆ ਜਾਏਗਾ 2 ਔਰ ਇੱਥੋਂ ਕੀ ਆ ਜਾਏਗਾ 8/5। 8/5 ਨੂੰ ਅਸੀਂ ਲਿਖ ਸਕਦੇ ਹਾਂ 1.6। ਦੈਨ ਦੇਖੋ ਨੈਕਸਟ ਸਟੈਪ 'ਚ ਕੀ ਕਰਨਾ ਹੈ। ਹੁਣ ਦੇਖੋ 3 ਪੁਆਇੰਟ ਆ ਗਏ ਸਾਡੇ ਕੋਲ। ਹੁਣ ਇਹ 3 ਪੁਆਇੰਟ ਨੂੰ ਅਸੀਂ ਰੀਅਲ ਲਾਈਨ ਦੇ ਉੱਪਰ ਲਿਖਾਂਗੇ ਔਰ ਉਸ ਦੈਨ ਅਸੀਂ ਰੀਅਲ ਲਾਈਨ ਨੂੰ ਡਿਵਾਈਡ ਕਰਾਂਗੇ ਇੰਟਰਵਲਸ ਦੇ ਵਿੱਚ। ਦੇਖੋ ਦੀ ਪੁਆਇੰਟਸ x ਇਕੁਅਲਸ ਟੂ 1 1.62 ਡਿਵਾਈਡ ਦਾ ਰੀਅਲ ਲਾਈਨ ਇਨਟੂ 4 ਇੰਟਰਵਲਸ। ਸੋ ਦੇਖੋ ਕਿਵੇਂ 4 ਇੰਟਰਵਲਸ 'ਚ ਡਿਵਾਈਡ ਕਰਦੀ ਆ ਰੀਅਲ ਲਾਈਨ। ਸੋ ਮੰਨ ਲਓ ਆ ਸਾਡੇ ਕੋਲ ਕੋਈ ਲਾਈਨ ਆ ਇੱਥੇ ਪੁਆਇੰਟ ਆ ਜਾਏਗਾ 1 ਇੱਥੇ ਪੁਆਇੰਟ ਆ ਗਿਆ 1.6 ਇੱਥੇ ਪੁਆਇੰਟ ਆ ਜਾਏਗਾ 2 ਇੱਧਰ ਇਨਫਿਨਿਟੀ ਔਰ ਇੱਧਰ ਮਾਈਨਸ ਇਨਫਿਨਿਟੀ। ਹੁਣ ਦੇਖੋ ਇੰਟਰਵਲ ਕਿਵੇਂ ਲਾਈਨ ਨੂੰ ਕਿਵੇਂ ਡਿਵਾਈਡ ਕਰਨਾ ਇੰਟਰਵਲਸ। ਸੋ ਇੱਥੋਂ ਕੀ ਆ ਜਾਏਗਾ ਮਾਈਨਸ ਇਨਫਿਨਿਟੀ ਟੂ 1 ਫਸਟ ਇੰਟਰਵਲ ਦੈਨ 1 ਟੂ 1.6 ਸੈਕਿੰਡ ਇੰਟਰਵਲ 1.6 ਟੂ 2 ਥਰਡ ਇੰਟਰਵਲ ਐਂਡ 2 ਟੂ ਇਨਫਿਨਿਟੀ ਫੋਰਥ ਇੰਟਰਵਲ। ਸੋ ਇਦਾਂ ਅਸੀਂ ਰੀਅਲ ਲਾਈਨ ਤੋਂ ਇੰਟਰਵਲ ਜਿਹੜੇ ਆ ਉਹ ਫਾਈਂਡ ਕਰਦੇ ਆ। ਸੋ ਆ ਇੰਟਰਵਲ ਆ ਗਏ। ਹੁਣ ਇਹਨਾਂ ਇੰਟਰਵਲਸ ਦੇ ਵਿੱਚ ਅਸੀਂ ਦੇਖਣਾ ਹੈ ਕਿ ਫੰਕਸ਼ਨ ਕਿਹੜੇ ਇੰਟਰਵਲ 'ਚ ਇਨਕਰੀਜ਼ ਕਰ ਰਿਹਾ ਔਰ ਕਿਸ ਇੰਟਰਵਲ ਦੇ ਵਿੱਚ ਡਿਕਰੀਜ਼ ਕਰ ਰਿਹਾ। ਸੋ ਫਸਟ ਇੰਟਰਵਲ ਹੈਗਾ ਮਾਈਨਸ ਇਨਫਿਨਿਟੀ ਟੂ 1। ਸੋ ਮਾਈਨਸ ਇਨਫਿਨਿਟੀ ਟੂ 1 ਦੇ ਵਿੱਚ f ਡੈਸ਼ x ਗ੍ਰੇਟਰ ਦੈਨ 0 ਆ। ਕਿਉਂ ਆ ਗ੍ਰੇਟਰ ਦੈਨ 0? ਹੁਣ ਦੇਖੋ ਮਾਈਨਸ ਇਨਫਿਨਿਟੀ ਤੋਂ ਲੈ ਕੇ 1 ਦੇ ਵਿੱਚ ਕੋਈ ਵੀ ਪੁਆਇੰਟ ਲੈ ਲਓ। ਮੰਨ ਲਓ ਅਸੀਂ ਪੁਆਇੰਟ ਲੈ ਲੈਂਦੇ ਆ 0.5। ਹੁਣ 0.5 ਆਏਗਾ ਇਸ ਇੰਟਰਵਲ 'ਚ ਪੁਆਇੰਟ। ਹੁਣ 0.5 ਨੂੰ f ਡੈਸ਼ x ਦੇ ਵਿੱਚ ਜਿੱਥੇ x ਆ ਉੱਥੇ ਪੁੱਟ ਕਰੋ। ਇੱਥੇ 0.5 ਪੁੱਟ ਕਰੋਗੇ ਔਰ ਸਕੁਏਅਰ ਕਰੋਗੇ ਇਹ ਟਰਮ ਹਮੇਸ਼ਾ ਪੋਜ਼ਿਟਿਵ ਹੀ ਰਹਿਣੀ ਆ ਬਿਕਾਜ਼ ਇੱਥੇ ਸਕੁਏਅਰ ਆ। ਸੋ ਇਹਨੂੰ ਚੈੱਕ ਕਰਨ ਦੀ ਲੋੜ ਨਹੀਂ ਆ। ਨੈਕਸਟ ਟਰਮ ਦੇਖਦੇ ਹਾਂ ਅਸੀਂ। ਸੋ ਨੈਕਸਟ ਇੱਥੇ 0.5 ਪੁੱਟ ਕਰਾਂਗੇ 0.5 ਮਾਈਨਸ 2। ਹੁਣ ਦੇਖੋ ਜਦੋਂ ਮਾਈਨਸ ਕਰਾਂਗੇ ਤੇ ਨੈਗੇਟਿਵ ਸਾਈਨ ਆਏਗਾ ਨਾ ਨੈਗੇਟਿਵ ਆਣਾ ਬਿਕਾਜ਼ ਜੋ ਨੈਗੇਟਿਵ ਨੰਬਰ ਆ ਉਹ ਗ੍ਰੇਟਰ ਆ। ਇੱਥੇ 0.5 ਨਾਲ ਮਲਟੀਪਲਾਈ ਕਰੋਗੇ ਕਿੰਨਾ ਆ ਗਿਆ 2.5। 2.5 ਦੇ ਵਿੱਚੋਂ 8 ਮਾਈਨਸ ਕਰੋਗੇ ਇੱਥੇ ਵੀ ਸਾਈਨ ਕੀ ਆ ਗਿਆ ਨੈਗੇਟਿਵ। ਹੁਣ ਨੈਗੇਟਿਵ ਨੈਗੇਟਿਵ ਪੋਜ਼ਿਟਿਵ ਹੋ ਗਏ ਪਲੱਸ ਦਾ ਸਾਈਨ ਆ ਗਿਆ ਔਰ ਪਲੱਸ ਆ ਸੋ ਦੈਟ ਮੀਨਸ ਗ੍ਰੇਟਰ ਦੈਨ 0। ਸੋ f ਡੈਸ਼ x ਗ੍ਰੇਟਰ ਦੈਨ 0 ਆ ਗਿਆ। ਹੁਣ ਕਿਉਂਕਿ ਅਸੀਂ ਇਨਕਰੀਜ਼ਿੰਗ ਚੈੱਕ ਕਰਨਾ ਵਾ ਸੋ ਨੈਕਸਟ ਅਸੀਂ ਪੁਆਇੰਟ ਚੈੱਕ ਕਰਾਂਗੇ x ਇਜ਼ ਇਕੁਅਲ ਟੂ 1। ਸੋ 1 ਚੈੱਕ ਕੀਤਾ 1 ਇੱਥੇ ਪੁੱਟ ਕਰਾਂਗੇ ਸੋ 1 ਮਾਈਨਸ 1 0। ਸੋ ਆ ਟਰਮ ਸਾਰੀ ਕੀ ਆ ਗਈ 0। ਸੋ ਦੈਟ ਮੀਨਸ ਇਨ ਇੰਟਰਵਲ ਮਾਈਨਸ ਇਨਫਿਨਿਟੀ ਟੂ 1। ਹੁਣ ਦੇਖੋ ਇੱਥੇ ਕਲੋਜ਼ਡ ਆ ਜਾਏਗਾ ਕਿਉਂਕਿ 1 ਪੁਆਇੰਟ ਨੂੰ ਅਸੀਂ ਕੰਸੀਡਰ ਕਰ ਰਹੇ ਹਾਂ। ਜੇਕਰ ਓਪਨ ਬ੍ਰੈਕਟ ਹੋਵੇ ਦੈਨ 1 ਪੁਆਇੰਟ ਕੰਸੀਡਰ ਨਹੀਂ ਹੋਏਗਾ ਬਟ ਇੱਥੇ ਕਲੋਜ਼ਡ ਆ ਦੈਟ ਮੀਨਸ 1 ਨੂੰ ਅਸੀਂ ਕੰਸੀਡਰ ਕਰਦੇ ਹਾਂ। ਜੇ 1 ਨੂੰ ਅਸੀਂ ਕੰਸੀਡਰ ਕਰਦੇ ਹਾਂ ਫਿਰ ਹੀ f ਡੈਸ਼ x ਗ੍ਰੇਟਰ ਦੈਨ ਇਕੁਅਲਸ ਟੂ 0 ਆ ਰਿਹਾ। ਸੋ ਗ੍ਰੇਟਰ ਦੈਨ ਇਕੁਅਲਸ ਟੂ 0 ਆ ਇਹਦਾ ਮਤਲਬ f(x) ਜੋ ਆ ਇਨਕਰੀਜ਼ਿੰਗ ਆ ਮਾਈਨਸ ਇਨਫਿਨਿਟੀ ਟੂ 1 ਇੰਟਰਵਲ ਦੇ ਵਿੱਚ। ਉਸ ਤੋਂ ਬਾਅਦ ਸੈਕਿੰਡ ਇੰਟਰਵਲ 1.6। ਸੋ 1.1.6 ਦੇ ਵਿੱਚ ਵੀ ਫੰਕਸ਼ਨ ਗ੍ਰੇਟਰ ਦੈਨ 0 ਆ। ਹੁਣ 1 ਤੋਂ ਲੈ ਕੇ 1.6 ਦੇ ਵਿੱਚ ਕੋਈ ਵੀ ਇੱਕ ਪੁਆਇੰਟ ਲੈ ਲੈਂਦੇ ਆ। ਮੰਨ ਲਓ ਅਸੀਂ ਪੁਆਇੰਟ ਲੈ ਲੈਂਦੇ ਆ 1.2। 1.2 ਇਸ ਇੰਟਰਵਲ 'ਚ ਪੁਆਇੰਟ ਆਏਗਾ ਨਾ। ਹੁਣ 1.2 ਪੁਆਇੰਟ ਜਿਹੜਾ ਉਹ ਇੱਥੇ f ਡੈਸ਼ x ਦੇ ਵਿੱਚ ਪੁੱਟ ਕਰਾਂਗੇ। ਦੇਖੋ ਇੱਥੇ 1.2 ਪੁੱਟ ਕਰੋਗੇ ਆ ਵੀ ਟਰਮ ਨੈਗੇਟਿਵ ਸਾਈਨ ਆ ਗਿਆ। ਇੱਥੇ ਵੀ 1.2 ਜਦੋਂ ਪੁੱਟ ਕਰਾਂਗੇ ਨੈਗੇਟਿਵ ਸਾਈਨ ਆਣਾ। ਸੋ ਨੈਗੇਟਿਵ ਨੈਗੇਟਿਵ ਪੋਜ਼ਿਟਿਵ ਸੋ ਦੈਟ ਮੀਨਸ ਗ੍ਰੇਟਰ ਦੈਨ 0।
सो एफ डैश एक्स ग्रेटर दैन 0 आ गया। दैन पॉइंट एक्स इज इक्वल टू 1.6 चैक करांगे। सो देखो 1 दे लिए असीं ऑलरेडी चैक कर चुके हैं, हुण 1.6 पुट करांगे। दैन एफ डैश एक्स कितना आ जाना है 0। इत्थे 1.6 पुट करोगे एफ डैश एक्स आ जाएगा 0। सो दैट मीनस 1 दे लिए भी एफ 1 ਦੇ ਲਈ ਵੀ f ਡੈਸ਼ x ਜਿਹੜਾ ਉਹ ਇਕੁਅਲਸ ਟੂ 0 ਆ, ਔਰ 1.6 ਦੇ ਲਈ ਵੀ x f of x ਡੈਸ਼ ਕੀ ਆ ਇਕੁਅਲਸ ਟੂ 0। ਸੋ दैट मीन्स क्लोज्ड इंटरवल 1, 1.6 ਦੇ ਲਈ f ਡੈਸ਼ x ਕੀ ਆ ਗਿਆ ਗ੍ਰੇਟਰ ਦੈਨ ਇਕੁਅਲਸ ਟੂ 0। ਸੋ ਇਹਦਾ ਮਤਲਬ ਫੰਕਸ਼ਨ ਜੋ ਆ ਉਹ ਇਸ ਇੰਟਰਵਲ 'ਚ ਇਨਕਰੀਜ਼ ਕਰ ਰਿਹਾ। ਦੈਨ थर्ड इंटरवल 1.6 to 2। सो 1.6 to 2 ਦੇ ਵਿੱਚ ਕੋਈ ਇੱਕ ਪੁਆਇੰਟ ਲੈ ਲੈਂਦੇ ਆ, ਮੰਨ ਲਓ 1.7 ਲੈ ਲਿਆ। ਸੋ 1.7 ਪੁਆਇੰਟ ਜਦੋਂ ਇੱਥੇ ਫਿਲ ਕਰਾਂਗੇ, ਸੋ ਆ ਨੈਗੇਟਿਵ ਟਰਮ ਇੱਥੇ ਪੁੱਟ ਕਰੋਗੇ, ਪੋਜ਼ਿਟਿਵ ਟਰਮ ਆਏਗੀ। ਸੋ ਨੈਗੇਟਿਵ ਪੋਜ਼ਿਟਿਵ ਨੈਗੇਟਿਵ ਵਿਚ ਇਜ਼ ਲੈਸ ਦੈਨ 0। ਸੋ f ਡੈਸ਼ x ਕੀ ਆ ਗਿਆ ਲੈਸ ਦੈਨ 0। then x is equal to 2 ਪੁੱਟ ਕਰਾਂਗੇ। ਸੋ 2 ਪੁੱਟ ਕਰਨ ਤੇ ਕੀ ਆ ਜਾਏਗਾ 0। ਸੋ f dash x ਕਿੰਨਾ ਆ ਜਾਏਗਾ 0। ਸੋ that means interval 1.6, 2 closed interval ਲਵਾਂਗੇ ਕਿਉਂਕਿ ਅਸੀਂ end point ਵੀ consider ਕਰ ਰਹੇ ਹਾਂ। end point ਪੁੱਟ ਕਰਕੇ f dash x 0 ਆ ਰਿਹਾ, ਸੋ ਇਸ ਕਰਕੇ ਇੱਥੇ closed interval ਆਏਗਾ। ਸੋ 1.6, 2 f of x ਕੀ ਆ increasing function क्योंकि less than equals to 0 आ रहा है। उस तो बाद लास्ट इंटरवल 2, इनफिनिटी इंटरवल दे विच अगेन कोई पॉइंट लै लैंदे आ, मान लो 3 पॉइंट लै लैंदे आ। हुण 3 जो आ इहदे च पुट करोगे, सो 3 - 2 1 आ गया, मीन पॉजिटिव साइन आएगा। इत्थे भी 3 पुट करोगे, सॉल्व करोगे, इत्थे भी प्लस, इत्थे भी प्लस, सो ग्रेटर दैन 0 आ गया है। सो दैट मीनस इस इंटरवल दे विच f डैश x ग्रेटर दैन 0 आ, और x इज इक्वल टू 2 दे लिए f डैश x इक्वल्स टू 0 आ। सो दैट मीनस इंटरवल क्लोज्ड इंटरवल 2, इनफिनिटी f डैश x की आ ग्रेटर दैन इक्वल्स टू 0। सो इसदा मतलब f of x इस इंटरवल च की आ इनक्रीजिंग फंक्शन। देखो एंड पॉइंट असीं कंसीडर कर रहे हैं, क्यों कंसीडर कर रहे हैं क्योंकि असीं देखना है फंक्शन इनक्रीजिंग आ कि डिक्रीजिंग आ। जे स्ट्रिक्टली पुछया हुंदा, स्ट्रिक्टली दे विच असीं इक्वल टू वाला केस नहीं लेंदे, उहदे च असीं एंड पॉइंट कंसीडर नहीं करने सी। बट इहदे विच क्योंकि असीं इनक्रीजिंग और डिक्रीजिंग फाइंड करना है, इसलिए असीं एंड पॉइंट कंसीडर कर रहे हैं। हुण देखो चारों कंडीशन दे विचों साडे कोल की आया कि फर्स्ट, सैकेंड एंड फोर्थ इंटरवल दे विच फंक्शन इनक्रीजिंग आ और थर्ड दे लई फंक्शन डिक्रीजिंग आ। सो देखो इन इंटरवल -∞ to 1, यूनियन 1 to 1.6, देन 2 to infinity फंक्शन इज इंक्रीजिंग। सो देखो इनू फर्दर देखो -∞ to 1 एंड 1 to 1.6 इनू एक इंटरवल च कंसीडर कर सकते हैं क्योंकि असी 1 भी कंसीडर कर रहे हैं ना क्लोज्ड इंटरवल लैके। सो ये तो एक इंटरवल बनाता -∞ to 1.6 यूनियन विद 2 to infinity। सो ये लिए फंक्शन इनक्रीजिंग आ और इस इंटरवल दे लिए फंक्शन की आ डिक्रीजिंग। दैन 26th सम देखो फाइंड द इंटरवल्स इन विच द फंक्शन स्ट्रिक्टली इनक्रीजिंग। सो हुण असीं स्ट्रिक्टली इनक्रीजिंग फंक्शन फाइंड करना है, मीनस असीं इक्वल्स टू 0 वाला केस इहदे च डिस्कस नहीं करांगे। सो देखो जो फंक्शन सानूं गिवन आ लिख लिया, देन इस फंक्शन का डेरिवेटिव फाइंड करोगे। डेरिवेटिव की आ जाएगा 6x² - 24x + 18। सो देखो देन f डैश x नू 0 पुट किया, तो 0 पुट करन ते आ चीज़ आ गई। देखो 6 कॉमन आ गया, सो की बच गया x² - 4x + 3 इक्वल्स टू 0। सो फैक्टराइजेशन करोगे कि आ जाएगा x - 1 x - 3 इक्वल्स टू 0। सो दैट मीनस आइदर x इज इक्वल टू 1 और इक्वल्स टू 3। सो इस इक्वेशन नू सॉल्व करके आ चीज़ आ रही है। सो देखो f डैश x नू फिर एवें लिख सकते हो 6 × x - 1 x - 3। सो f डैश x नू 0 पुट करन ते पॉइंट आ गए साडे कोल 1 एंड 3। हुण इन्हां दोनों पॉइंट तो असीं इंटरवल बनाने ने। देखो दी पॉइंट x इज इक्वल टू 1, 3 डिवाइड द रियल लाइन इंटू 3 इंटरवल्स -∞ to 1, 1, 3, 3 to infinity। सो जिवें देखो रियल लाइन इत्थे 1 पॉइंट आ, इत्थे 3 पॉइंट आ, और इधर इन्फिनिटी, इधर -∞। सो फर्स्ट इंटरवल आ गया -∞ to 1, देन 1 to 3, देन 3 to infinity। सो 3 इंटरवल आ गए। इन्हां तीनों इंटरवल दे विच देखांगे फंक्शन कदों स्ट्रिक्टली इनक्रीज कर रहा है, मीनस कदों f डैश x की वैल्यू ग्रेटर दैन 0 आ।
सो फस्ट इंटरवल लिया -∞ to 1। ਹੁਣ -∞ to 1 ਦੇ ਵਿੱਚੋਂ ਫਿਰ ਕੋਈ ਨਾ ਕੋਈ ਵੈਲਿਊ ਅਸੀਂ ਇਹਦੇ ਚ ਪੁੱਟ ਕਰਕੇ ਦੇਖਾਂਗੇ। ਸੋ ਮੰਨ ਲਓ 0.5 ਵੈਲਿਊ ਲੈ ਲਈ। ਸੋ 0.5 ਪੁੱਟ ਕਰੋਗੇ, ਇੱਥੇ ਨੈਗੇਟਿਵ ਆਏਗਾ, ਇੱਥੇ ਵੀ ਨੈਗੇਟਿਵ ਆਏਗਾ। ਸੋ ਨੈਗੇਟਿਵ ਨੈਗੇਟਿਵ ਪੋਜ਼ਿਟਿਵ, ਸੋ f'(x) greater than 0। ਸੋ f(x) ਕੀ ਆ, ਸਟ੍ਰਿਕਟਲੀ ਇਨਕਰੀਜ਼ਿੰਗ ਇਨ -∞ to 1। ਹੁਣ x ਨੂੰ 1 ਪੁੱਟ ਕਰਕੇ ਚੈੱਕ ਨਹੀਂ ਕਰਾਂਗੇ ਕਿਉਂਕਿ ਸਟ੍ਰਿਕਟਲੀ ਇਨਕਰੀਜ਼ਿੰਗ ਕਿਹਾ ਹੈ। ਜੇ ਇਨਕਰੀਜ਼ਿੰਗ ਕਿਹਾ ਹੁੰਦਾ ਦੈਨ 1 ਪੁੱਟ ਕਰਕੇ ਅਸੀਂ ਚੈੱਕ ਕਰਨਾ ਸੀ ਕਿ ਇਕੁਅਲਸ ਟੂ 0 ਆ ਰਿਹਾ ਹੈ ਕਿ ਨਹੀਂ ਆ ਰਿਹਾ। ਉਸ ਤੋਂ ਬਾਅਦ ਸੈਕਿੰਡ ਇੰਟਰਵਲ 1,3। ਸੋ 1,3 ਲਵਾਂਗੇ। 1,3 ਚ 2 ਪੁਆਇੰਟ ਆਉਂਦਾ, ਸੋ 2 ਪੁੱਟ ਕੀਤਾ, ਇੱਥੇ ਪੋਜ਼ਿਟਿਵ ਸਾਈਨ, ਇੱਥੇ 2 ਪੁੱਟ ਕਰਾਂਗੇ ਨੈਗੇਟਿਵ। ਸੋ ਪੋਜ਼ਿਟਿਵ ਨੈਗੇਟਿਵ ਨੈਗੇਟਿਵ ਹੋ ਗਿਆ। ਸੋ f'(x) ਲੈਸ ਦੈਨ 0 ਆ ਗਿਆ। ਸੋ ਫੰਕਸ਼ਨ ਕੀ ਆ, ਸਟ੍ਰਿਕਟਲੀ ਡਿਕਰੀਜ਼ਿੰਗ ਇਨ 1,3। ਦੈਨ ਇੰਟਰਵਲ 3,8। 3,8 ਦੇ ਵਿੱਚ 4 ਪੁਆਇੰਟ ਲੈ ਲਓ। 4 ਪੁਆਇੰਟ ਇੱਥੇ ਪੁੱਟ ਕਰੋਗੇ, ਫੰਕਸ਼ਨ greater than 0 आएगा। so f'(x) greater than 0 हो गया। so therefore f(x) is strictly increasing in 3,∞। so from 1 and 3 function greater than 0 आ रहे ने। so interval -∞ to 1 union with 3,∞ function किया strictly increasing और 1,3 ਦੇ ਲਈ function strictly नेक्स्ट देखो 33 सम फाइंड द इंटरवल्स इन विच द फंक्शन गिवन बाय f(x) इज स्ट्रिक्टली इंक्रीजिंग एंड स्ट्रिक्टली डिक्रीजिंग। सो इस फंक्शन को असीं चैक करना कि इंक्रीज कर रहा है कि डिक्रीज कर रहा है। सो गिवन फंक्शन लिख लिया, दैन इस फंक्शन का डेरीवेटिव फाइंड करोगे। डेरीवेटिव फाइंड करोगे, आ फंक्शन आ जाएगा। सॉल्व करन ते साडे कोल की आ गया 6/5 x - 1 x² - x - 6। देखो क्यूबिक आ और क्यूबिक ਦੇ ਫੈਕਟਰਾਈਜੇਸ਼ਨ ਕਿਵੇਂ ਕਰਦੇ ਆ, ਪਹਿਲਾਂ ਕੋਈ ਇੱਕ ਨੰਬਰ ਪੁੱਟ ਕਰਕੇ ਦੇਖ ਲੈਂਦੇ ਆ ਜਿਹਦੇ ਲਈ 0 ਆ ਜੇ। ਸੋ x ਨੂੰ 1 ਪੁੱਟ ਕਰੋਗੇ 0 ਆ ਜਾਏਗਾ। ਦੈਨ x - 1 ਇੱਕ ਫੈਕਟਰ ਬਣ ਗਿਆ। x -1 ਫੈਕਟਰ ਦੇ ਨਾਲ ਇਸ ਪੋਲੀਨੋਮੀਅਲ ਨੂੰ ਡਿਵਾਈਡ ਕਰ ਦਾਂਗੇ ਤੇ ਆ ਚੀਜ਼ ਆ ਜਾਏਗੀ। ਇਹ ਤੁਸੀਂ 10th ਕਲਾਸ ਦੇ ਵਿੱਚ ਪੜ੍ਹਦੇ ਆਏ ਹੋ ਕਿ ਪੋਲੀਨੋਮੀਅਲ ਨੂੰ ਕਿਸੇ ਦੂਸਰੀ ਪੋਲੀਨੋਮੀਅਲ ਨਾਲ ਡਿਵਾਈਡ ਕਿਵੇਂ ਕਰਦੇ ਆ। ਸੋ ਡਿਵਾਈਡ ਕਰਨ ਤੇ ਸਾਡੇ ਕੋਲ ਆ ਚੀਜ਼ ਆ ਜਾਏਗੀ। ਹੁਣ ਇਸ ਕੁਆਡਰੇਟਿਕ ਨੂੰ ਫੈਕਟਰਾਈਜ਼ ਕਰਾਂਗੇ, ਦੈਨ ਸਾਡੇ ਕੋਲ ਕੀ ਆ ਜਾਏਗਾ x² - 3x + 2x - 6। ਸੋਲਵ ਕਰੋਗੇ ਕੀ ਆ ਗਿਆ, ਦੇਖੋ x ਕਾਮਨ ਆ, x - 3 + 2x - 3। ਦੈਨ ਫੈਕਟਰ ਕੀ ਬਣ ਜਾਣਗੇ 6/5 x - 1 x - 3 ਐਂਡ x + 2। ਦੈਨ f'(x) ਨੂੰ 0 ਪੁੱਟ ਕੀਤਾ। 0 ਪੁੱਟ ਕਰਨ ਤੇ x ਦੀਆਂ 3 ਵੈਲਿਊਜ਼ ਆ ਗਈਆਂ 1 3 ਐਂਡ -2। ਹੁਣ ਇਹ 3 ਵੈਲਿਊਜ਼ ਰੀਅਲ ਲਾਈਨ ਦੇ ਉੱਪਰ ਇਹ 3 ਪੁਆਇੰਟ ਦੇਖਾਂਗੇ ਔਰ 4 ਇੰਟਰਵਲ ਸਾਡੇ ਕੋਲ ਬਣਨਗੇ। ਸੋ ਦੇਖੋ ਕਿਵੇਂ ਬਣਦੇ ਨੇ ਇੰਟਰਵਲ। ਸੋ ਦੇਖੋ 3 ਪੁਆਇੰਟ -2 1 3। ਸੋ ਇੰਕਰੀਜ਼ਿੰਗ ਆਰਡਰ ਦੇ ਵਿੱਚ ਹੀ ਪੁਆਇੰਟ ਲੈਣੇ ਨੇ ਰੀਅਲ ਲਾਈਨ ਦੇ ਉੱਪਰ। ਇੱਥੇ ਇਨਫਿਨਿਟੀ, ਇੱਥੇ -∞। ਸੋ ਫਸਟ ਇੰਟਰਵਲ ਆ ਗਿਆ -∞ to -2। ਸੈਕਿੰਡ ਇੰਟਰਵਲ -2 to 1, then 1 to 3, then 3 to infinity। ਸੋ ਆ 4 ਇੰਟਰਵਲ ਆ ਗਏ। ਹੁਣ ਇਹਨਾਂ 4 ਇੰਟਰਵਲਸ 'ਚ ਅਸੀਂ ਦੇਖਣਾ ਕਿ ਫੰਕਸ਼ਨ ਇਨਕਰੀਜ਼ ਕਰ ਰਿਹਾ ਕਿ ਡਿਕਰੀਜ਼ ਕਰ ਰਿਹਾ। ਸੋ ਇੰਟਰਵਲ -∞ to -2। ਸੋ -∞ to -2 ਇੰਟਰਵਲ ਦੇ ਵਿੱਚੋਂ ਕੋਈ ਵੀ ਇੱਕ ਵੈਲਿਊ, ਜਿਵੇਂ ਅਸੀਂ -3 ਲੈ ਲਈ। ਸੋ -3 ਵੈਲਿਊ ਜਦੋਂ ਪੁੱਟ ਕਰੋਗੇ, ਫਸਟ ਫੈਕਟਰ 'ਚ ਪੁੱਟ ਕਰੋਗੇ -3, ਨੈਗੇਟਿਵ ਸਾਈਨ ਆਏਗਾ, ਇੱਥੇ ਵੀ ਨੈਗੇਟਿਵ, ਇੱਥੇ ਵੀ ਨੈਗੇਟਿਵ। ਸੋ ਦੇਖੋ माइनस माइनस एंड माइनस सॉल्व करोगे माइनस का ही साइन आएगा जो कि लेस दैन 0 आ। सो f'(x) लेस दैन 0। सो देयरफॉर f(x) इज स्ट्रिक्टली डिक्रीजिंग इन इंटरवल -∞ to -2। दैन नैक्सट इंटरवल -2,1। हुण -2,1 दे विच पॉइंट हैगा -1 पुट कर लो। सो -1 पुट करोगे फस्ट फैक्टर च नैगेटिव साइन, दैन अगेन नैगेटिव, उस तो अगे पॉजिटिव आ जाएगा। सो सॉल्व करोगे माइनस माइनस प्लस और प्लस प्लस ही हो जाएंगे। सो ग्रेटर दैन 0। सो फंक्शन इज स्ट्रिक्टली इंक्रीजिंग इन -2,1। दैन इंटरवल 1,3। 1,3 दे विच 2 पॉइंट हैगा, एक 2 पॉइंट पुट करांगे। सो फस्ट फैक्टर च 2 पुट करोगे, पॉजिटिव साइन, इधर नेगेटिव और इधर पॉजिटिव। सो की आ गया देखो प्लस माइनस प्लस, सॉल्व किया माइनस विच इज लेस दैन 0। सो फंक्शन इज स्ट्रिक्टली डिक्रीजिंग। दैन इंटरवल 3,8 दे विच 4 पुट करोगे, प्लस प्लस प्लस, सो ग्रेटर दैन 0। सो फंक्शन की आ गया स्ट्रिक्टली इंक्रीजिंग। सो देखो 2 4 फ्रॉम इक्वेशन नंबर 2 एंड 4 फंक्शन की आ रहा है स्ट्रिक्टली इंक्रीजिंग आ रहा है। सो इत्थे भी फंक्शन स्ट्रिक्टली इंक्रीजिंग आ। -2,1 पॉइंट ਲਈ फंक्शन स्ट्रिक्टली इंक्रीजिंग और
3 8 ਦੇ ਲਈ ਵੀ ਸਟ੍ਰਿਕਟਲੀ ਇਨਕਰੀਜ਼ਿੰਗ ਆ, ਸੋ -2, 1 union with 3 8 function is strictly increasing, and from 1 and 3 minus infinity to -2 union 1 to 3 function is strictly decreasing। ਸੋ ਇਹੀ ਅਸੀਂ ਫਾਈਂਡ ਕਰਨਾ ਸੀ। ਸੋ ਇਦਾਂ ਹੀ ਤੁਸੀਂ ਇਸ ਐਕਸਰਸਾਈਜ਼ ਦੇ ਸਾਰੇ ਬਾਕੀ ਜਿੰਨੇ ਵੀ ਸਾਹਮਣੇ ਉਹ ਸੋਲਵ ਕਰਨੇ ਨੇ।